ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸਰਬਜੀਤ ਸਿੰਘ ਚੋਕਰ ਟਰਲਿਕ, ਲਾਲੀ ਸਿੱਧੂ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ, ਤੇ ਹੁਣ ਵੋਟਾਂ ਨੂੰ ਲੈ ਕੇ ਗੱਲ ਕਰਦੇ ਹਾਂ ਕਿ ਇਹੀ ਖਬਰਾਂ ਹੈਗੀਆਂ ਆਲੇ ਦੁਆਲੇ। ਤੇ ਭਾਜਪਾ ਨੂੰ ਪੰਜਾਬ ਦੇ ਵਿੱਚ ਤਿੰਨਾਂ ਥਾਵਾਂ ਤੋਂ ਹੀ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ, ਉੱਥੇ ਵਿਰੋਧ ਵੀ ਹੋ ਰਿਹਾ ਇਹਨਾਂ ਦਾ ਆਪਣੇ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਲਾਸਟ ਫੇਜ਼ ਹੈ ਔਰ ਸਭ ਤੋਂ ਬਾਅਦ ਦੇ ਵਿੱਚ, ਸਭ ਤੋਂ ਅਖੀਰ ਦੇ ਵਿੱਚ ਜਿਹੜਾ ਇੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਆ ਉਹ ਐਲਾਨੇ ਆ। ਔਰ ਹੁਣ ਬਾਗੀ ਸੁਰਾਂ ਜਿਹੜੀਆਂ ਦੀ ਉਹ ਥਾਂ ਤੋਂ ਤਿੰਨਾਂ ਸੀਟਾਂ ਦੇ ਤੋਂ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੰਮ੍ਰਿਤਸਰ ਦੇ ਵਿੱਚ ਹਰਦੀਪ ਸਿੰਘ ਪੁਰੀ ਹੁਰੀ ਦਿੱਲੀੋਂ ਲਿਆ ਕੇ ਜਿਹੜੇ ਦੀ ਉਹ ਘਲਿਆਰੇ ਆ, ਔਰ ਇੱਥੇ ਰਜਿੰਦਰ ਮੋਹਨ ਛੀਨਾ ਜਿਹੜੇ ਕਿ ਉਮੀਦਵਾਰੀ ਦੇ ਪ੍ਰਮੁੱਖ ਦਾਅਵੇਦਾਰ ਸੀਗੇ, ਉਹ ਕੱਲ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਗਏ। ਦਬਵੀਂ ਸੁਰ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਉਠਾਉਣੀ ਸ਼ੁਰੂ ਕੀਤੀ ਆ ਵੀ ਹੱਕ ਤਾਂ ਮੇਰਾ ਬਣਦਾ ਸੀਗਾ, ਪਰ ਇਹ ਹੱਕ ਜਿਹੜਾ ਜੀ ਉਹ ਖੋਹ ਲਿਆ। ਔਰ ਅੱਗੋਂ ਉਹ ਕੀ ਕਰਦੇ ਆ, ਅਜੇ ਉਹਨਾਂ ਨੇ ਭਵਿੱਖੀ ਆਪਣੀਆਂ ਯੋਜਨਾਵਾਂ ਜਿਹੜੀਆਂ ਦੀ ਉਹ ਨਹੀਂ ਦੱਸੀਆਂ। ਗੁਰਦਾਸਪੁਰ ਦੂਜਾ ਹਲਕਾ ਜਿੱਥੇ ਇੱਕ ਫਿਲਮੀ ਅਦਾਕਾਰ ਸਨੀ ਦਿਓਲ ਨੂੰ ਜਿਹੜਾ ਜੀ ਉਹ ਲਿਆ ਕੇ ਖੜਾ ਕੀਤਾ ਭਾਰਤੀ ਜਨਤਾ ਪਾਰਟੀ ਨੇ। ਸਵੇਰੇ ਉਹਨੂੰ ਸ਼ਾਮਲ ਕੀਤਾ ਤੇ ਦੁਪਹਿਰ ਤੱਕ ਉਹਨੂੰ ਜਿਹੜੀ ਸੀ ਉਹ ਟਿਕਟ ਦੇ ਦਿੱਤੀ ਇੱਥੋਂ ਗੁਰਦਾਸਪੁਰ ਤੋਂ। ਜਿਹੜੀਆਂ ਬਾਗੀ ਸੁਰਾਂ ਨੇ ਪਹਿਲਾਂ ਇੱਥੋਂ ਉੱਠੀਆਂ, ਕਵਿਤਾ ਖੰਨਾ ਦੇ ਰੂਪ ਦੇ ਵਿੱਚ, ਜਿਹੜੀ ਕਿ ਵਿਨੋਦ ਖੰਨਾ ਦੀ ਪਤਨੀ ਹੈ, ਉਹਨੇ ਇਹ ਐਲਾਨ ਕਰ ਦਿੱਤਾ ਕਿ ਉਹ ਇੱਥੋਂ ਆਜ਼ਾਦ ਉਮੀਦਵਾਰ ਚੋਣ ਲੜੂਗੀ। ਹੁਣ ਦੂਜੀ ਜਿਹੜੀ ਬਾਗੀ ਸੁਰ ਹੈ ਉਹ ਉਸਦੀ ਹੈ ਜੀ ਸਵਰਨ ਸਲਾਰੀਆ ਦੀ। ਸਵਰਨ ਸਲਾਰੀਆ ਜਿਵੇਂ ਕਿ ਪਿਛਲੀ ਜਿਹੜੀ ਚੋਣ ਹੈ ਉਹ ਲੜੀ ਸੀਗੀ ਇੱਥੋਂ ਗੁਰਦਾਸਪੁਰ ਤੋਂ, ਹਾਰ ਗਏ ਸੀ ਉਹ ਚੋਣ, ਕਈ ਕੁਛ ਉਦੋਂ ਜਿਹੜਾ ਜੀ ਉਹ ਰਿਹਾ। ਪਰ ਹੁਣ ਸਵਰਨ ਸਲਾਰੀਆ ਨੇ ਇਹ ਗੱਲ ਕਹੀ ਆ ਕਿ ਇੱਥੇ ਜਿਹੜੀ ਇਹ ਸੀਟ ਆ ਕਿਸੇ ਲੋਕਲ ਉਮੀਦਵਾਰ ਨੂੰ ਦੀ ਜਾਣੀ ਚਾਹੀਦੀ। ਇਹ ਕਿਹਾ ਕਿ ਪਾਰਟੀ ਨੂੰ ਆਪਣੇ ਆਗੂਆਂ ਨੂੰ ਏਦਾਂ ਅਣਗੌਲਿਆਂ ਕਰਨਾ ਸ਼ੋਭਾ ਨਹੀਂ ਦਿੱਤਾ। ਇਹ ਵੀ ਕਿਹਾ ਕਿ ਪਾਰਟੀ ਦੇ ਅੰਦਰ LK ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂਆਂ ਦੀ ਸੁਣਵਾਈ ਨਹੀਂ ਹੋਈ ਤਾਂ ਉਹਦੀ ਕਿੱਥੋਂ ਹੋਣੀ ਸੀ। ਹੁਣ ਇਹ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੇ ਹੱਕ ਦੇ ਵਿੱਚ ਜਿਹੜਾ ਦੀ ਉਹ ਬੋਲਣ ਲੱਗੇ ਆ। ਸਵਰਨ ਸਲਾਰੀਆ ਨੇ ਕਿਹਾ ਕਿ ਟਿਕਟ ਅਲਾਟ ਕਰਨ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਵਿੱਚ ਪਾਰਟੀ ਆਗੂਆਂ ਨੇ ਉਹਨੂੰ ਟਿਕਟ ਅਲਾਟ ਕਰਨ ਲਈ ਕਿਹਾ ਸੀਗਾ, ਪਰ ਅਗਲੇ ਦਿਨ ਸਨੀ ਦਿਓਲ ਦਾ ਨਾਂ ਜਿਹੜਾ ਦੀ ਉਹ ਆ ਗਿਆ। ਉਹਨੇ ਕਿਹਾ ਕਿ ਪਾਰਟੀ ਨੇ ਉਹਦੀ ਢੇਲਾ ਕਦਰ ਨਹੀਂ ਪਾਈ, ਇਸ ਕਰਕੇ ਹੁਣ ਉਹ ਨਹੀਂ ਚੱਲ ਸਕਦਾ। 27 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਉਹ ਵੱਡਾ ਐਲਾਨ ਜਿਹੜਾ ਦੀ ਉਹ ਕਰੂਗਾ। ਉਹਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਦੀ, ਜਿਹਦੇ ਵਿੱਚ ਉਹਨੇ ਸਪਸ਼ਟ ਕਿਹਾ ਸੀਗਾ ਜੇ ਉਹ ਜਾਂ ਉਹਦੇ ਵਰਗੇ ਕਿਸੇ ਲੋਕਲ ਆਗੂ ਨੂੰ ਟਿਕਟ ਦਿੱਤੀ ਤਾਂ ਉਹ ਉਹਦੀ ਹਰ ਪੱਖੋਂ ਮਦਦ ਜਿਹੜੀ ਉਹ ਕਰੂਗਾ। ਉਹਨੇ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਹੋਈ ਭਾਜਪਾ ਰੈਲੀ ਜਿੱਥੋਂ ਨਰਿੰਦਰ ਮੋਦੀ ਹੋਰਾਂ ਨੇ ਪਾਰਲੀਮੈਂਟ ਚੋਣਾਂ ਸ਼ੁਰੂ ਕੀਤੀਆਂ ਸੀਗੀਆਂ, ਉਹਦੇ ਉੱਤੇ 1.5 ਕਰੋੜ ਰੁਪਈਆ ਉਹਨੇ ਖਰਚ ਕੀਤਾ। ਕਹਿੰਦਾ ਕਿ ਉਹਨੂੰ ਢੇਲਾ ਵੀ ਜਿਹੜਾ ਵੀ ਉਹ ਨਹੀਂ ਮਿਲਿਆ। 1.5 ਕਰੋੜ ਰੁਪਈਆ ਜਿਹੜੇ ਬੰਦੇ ਨੇ ਖਰਚ ਕਰ ਦਿੱਤਾ, ਇੱਥੇ ਚੋਣ ਕਮਿਸ਼ਨ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਕਿ ਇਸ ਰੈਲੀ ਦੇ ਉੱਤੇ ਸਵਰਨ ਸਲਾਰੀਆ ਨੇ 1.5 ਕਰੋੜ ਰੁਪਈਆ ਕਿਹੜੇ ਤਰੀਕੇ ਦੇ ਨਾਲ ਖਰਚ ਕਰਤਾ, ਜਿਹਨੂੰ ਪ੍ਰਧਾਨ ਮੰਤਰੀ ਜਿਹੜਾ ਸੰਬੋਧਨ ਕਰਨਾ ਇਸ ਕੀ ਇਹ ਖਰਚਿਆਂ ਦੇ ਵਿੱਚ ਨਹੀਂ ਜੋੜਨਾ ਚਾਹੀਦਾ। 1.5 ਕਰੋੜ ਰੁਪਈਆ ਉਹਦੇ ਕੋਲੇ ਜਿਹੜਾ ਜੀ ਉਹ ਸੋਰਸਸ, ਹਾਲਾਂਕਿ ਬਹੁਤ ਵੱਡਾ ਬਿਜ਼ਨਸਮੈਨ ਆ, ਉਹ ਸੋਰਸਸ ਜਿਹੜੇ ਜੀ ਉਹ ਕਿੱਥੋਂ ਆਏ। ਖੈਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ, ਇਸ ਕਰਕੇ ਕਿਉਂਕਿ ਉਹਨਾਂ ਦੀ ਸਰਕਾਰ ਆ, ਇਸ ਕਰਕੇ ਪੁੱਛਣਾ ਤਾਂ ਕਿਸੇ ਹੈ ਨੀਗਾ। ਉਹਨੇ 27 ਤਰੀਕ ਨੂੰ ਵੱਡੇ ਐਲਾਨ ਦੀ ਗੱਲ ਜਿਹੜੀ ਆ ਜੀ ਉਹ ਆਖੀ ਆ। ਜਿਹੜੇ ਸਿਟਿੰਗ MP ਹੁਸ਼ਿਆਰਪੁਰ ਦੇ ਨੇ ਵਿਜੇ ਸੰਪਲਾ, ਉਹਨੇ ਤਾਂ ਚੌਕੀਦਾਰੇ ਤੋਂ ਅਸਤੀਫਾ ਦੇ ਦਿੱਤਾ। ਉਹਨੇ ਮੈਂ ਵੀ ਚੌਕੀਦਾਰ ਅੱਗੋਂ ਜਿਹੜਾ ਜੀ ਉਹ ਲਾ ਲਿਆ। ਉਧਰ ਅਨੰਦਪੁਰ ਸਾਹਿਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਕਲੇਸ਼ ਜਿਹੜਾ ਉੱਥੋਂ ਦੇ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਤਕੜੀ 'ਚ ਵੱਟੇ ਪਾ ਸਕਦਾ। ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ ਉੱਥੇ ਜਿਹੜੇ ਭਾਜਪਾ ਦਾ ਅੰਦਰੂਨੀ ਕਲੇਸ਼ ਹੈ ਉਹਨੇ
ਇੱਕ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਕੀਤੀ ਪਈ ਆ ਇੱਥੇ ਅਕਾਲੀ ਉਮੀਦਵਾਰ ਜਿਹੜਾ ਜੀ ਉਹਦੇ ਵਜ੍ਹਾ ਕਰਕੇ। ਸੋ ਇਹ ਵੇਖਣਾ ਇਹ ਹੋਊਗਾ ਕਿ 3 ਸੀਟਾਂ ਦੇ ਉੱਤੇ ਜਿੱਥੋਂ ਲਾਣਾ ਤਿੰਨਾਂ ਸੀਟਾਂ ਦੇ ਉੱਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਅੰਦਰੂਨੀ ਵਿਰੋਧ ਜੀ। ਬੜਾ ਕੁਝ ਚੱਲੂਗਾ ਜੀ ਹਜੇ। ਤੇ ਅੱਗੇ ਆਪਾਂ ਇਸੇ ਤਰ੍ਹਾਂ ਬਠਿੰਡੇ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਵੀ ਲੱਗਦਾ ਕਿ ਸਾਰੇ ਸਾਲਿਆਂ ਦਾ ਹੀ ਭੇੜ ਹੋਊਗਾ। ਬਿਲਕੁਲ ਜੀ, ਇਹ ਸਾਲਿਆਂ ਦਾ ਭੇੜ ਜਿਹੜਾ ਜੀ ਬਠਿੰਡੇ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਬਹੁਤ ਚਰਚਿਤ ਜਿਹੜਾ ਉਹ ਰਹੂਗਾ, ਔਰ ਸਾਲਿਆਂ ਦੇ ਵਾਸਤੇ ਇਹ ਮੁੱਛ ਦਾ ਸਵਾਲ ਬਣੂਗਾ। ਜਦੋਂ ਹਰਸਿਮਰਤ ਕੌਰ ਬਾਦਲ ਨੇ ਬਠਿੰਡੇ ਤੋਂ ਪਹਿਲੀ ਚੋਣ ਲੜੀ ਸੀ ਤਾਂ ਉਦੋਂ ਬਿਕਰਮ ਮਜੀਠੀਆ ਨੇ ਇੱਥੇ ਪੈਰ ਪਾਏ ਸੀ ਬਠਿੰਡੇ 'ਚ। ਗੱਠਜੋੜ ਸਰਕਾਰ ਦੇ 10 ਸਾਲਾਂ ਦੇ ਦੌਰਾਨ ਬਠਿੰਡੇ ਦੇ ਵਿੱਚ ਜਿੰਨੀਆਂ ਫਲੈਕਸਾਂ ਲੱਗਦੀਆਂ ਸੀਗੀਆਂ ਉਹਦੇ ਪੋਸਟਰਾਂ ਦੇ ਉੱਤੇ ਬਿਕਰਮ ਮਜੀਠੀਏ ਦੀ ਖਾਸ ਜਗ੍ਹਾ ਹੁੰਦੀ ਸੀ। ਔਰ ਜਦੋਂ ਮਨਪ੍ਰੀਤ ਬਾਦਲ ਨੇ ਬਠਿੰਡਾ ਹਲਕੇ 'ਚ ਪੈਰ ਧਰਿਆ ਤਾਂ ਉਹਦਾ ਸਾਲਾ ਜੈਜੀਤ ਜੌਹਲ ਉਰਫ ਜੋਜੋ ਚਰਚਾ ਦਾ ਵਿਸ਼ਾ ਬਣ ਗਿਆ ਔਰ ਇਸ ਹਲਕੇ ਦਾ ਲੈਫਟੀਨੈਂਟ ਬਣ ਗਿਆ। ਉਹ 2 ਸਾਲਾਂ ਤੋਂ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਜੋਜੋ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਫਲੈਕਸਾਂ ਦੇ ਉੱਤੇ ਜਿਹੜੀ ਜਗ੍ਹਾ ਕਿਸੇ ਸਮੇਂ ਬਿਕਰਮ ਮਜੀਠੀਏ ਦੀ ਹੁੰਦੀ ਸੀ, ਅੱਜ ਉਹ ਜੋਜੋ ਦੀ ਆ। ਔਰ ਹੁਣ ਜਦੋਂ ਬਠਿੰਡਾ ਹਲਕੇ ਤੋਂ ਰਾਜਾ ਵੜਿੰਗ ਨੂੰ ਟਿਕਟ ਮਿਲੀ ਆ ਤੇ ਉਹਦੇ ਸਾਲੇ ਨੇ ਵੀ ਆ ਕੇ ਇੱਥੇ ਜਿਹੜੀ ਉਹ ਕਮਾਨ ਸੰਭਾਲ ਲਈ ਆ। ਬਿਕਰਮ ਮਜੀਠੀਆ 2 ਦਿਨਾਂ ਤੋਂ ਬਠਿੰਡੇ ਦੇ ਵਿੱਚ ਮੋਰਚਾ ਲਾਈ ਬੈਠਾ, ਲਾਈਨੋਂ ਪਾਰ ਮੁਹੱਲਿਆਂ ਦੇ ਵਿੱਚ ਉਹ ਮੀਟਿੰਗਾਂ ਜਿਹੜਾ ਕਰ ਰਿਹਾ। ਉਹ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੂੰ ਗੱਪੀ ਜਿਹੜਾ ਦੀ ਉਹ ਦੱਸ ਰਿਹਾ। ਜੇ ਜੌਹਲ ਜਿਹੜਾ ਉਹਨੇ ਜਨਤਕ ਤੌਰ ਤੇ ਮਜੀਠੀਆ ਨੂੰ ਚੁਣੌਤੀ ਜਿਹੜੀ ਦਿੱਤੀ ਆ। ਜੋਜੋ ਕਹਿੰਦਾ ਕਿ ਮਜੀਠੀਆ ਆਪਣੇ ਬੰਦੇ ਲੈ ਕੇ ਬਠਿੰਡੇ ਆਇਆ, ਸੰਭਲ ਕੇ ਰਹੋ, ਇਹਨੂੰ ਮਾਝੇ ਦੇ ਵਿੱਚ ਦੁਬਾਰਾ ਜਿਹੜਾ ਜੀ ਉਹ ਭਜਾਵਾਂਗੇ। ਉਧਰ ਜਿਹੜਾ ਇਹ ਉਮੀਦਵਾਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ, ਉਹਦਾ ਸਾਲਾ ਜਿਹੜਾ ਜੀ ਉਹਨੇ ਵੀ ਚੋਣ ਪ੍ਰਚਾਰ ਦੀ ਵਾਗਡੋਰ ਆਪਣੇ ਹੱਥਾਂ ਦੇ ਵਿੱਚ ਜਿਹੜੀ ਆ ਜੀ ਉਹ ਸੰਭਾਲੀ ਆ। ਉਹਨੇ ਬਠਿੰਡਾ ਸ਼ਹਿਰੀ ਹਲਕਾ ਜਿਹੜਾ ਜੀ ਉਹ ਸੰਭਾਲਿਆ ਹੋਇਆ। ਹਰ ਹਲਕੇ ਦੇ ਵਿੱਚ ਉਮੀਦਵਾਰਾਂ ਦੇ ਨੇੜਲੇ ਰਿਸ਼ਤੇਦਾਰ ਮਸਲੀ ਹੁੰਦੇ ਆ, ਪਰ ਬਠਿੰਡੇ ਹਲਕੇ ਦੇ ਵਿੱਚ ਨੇੜਲੇ ਰਿਸ਼ਤੇਦਾਰਾਂ ਦਾ ਭੇੜ ਵੀ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ। ਜਿਹੜੇ ਲੋਕ ਆ ਚਰਚਾ ਕਰਦੇ ਆ ਕਿ ਸਾਲਾ ਇੱਕ ਨਹੀਂ ਮਾਨ ਹੁੰਦਾ। ਹੁਣ ਹਲਕੇ ਦੇ ਵਿੱਚ 3 ਸਾਲੇ ਜਿਹੜੇ ਆ ਜੀ ਉਹ ਪਹੁੰਚ ਗਏ ਆ। ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਰਿਹਾ, ਜਿਹਦੇ ਕਰਕੇ ਮਜੀਠੀਆ ਜ਼ਿਆਦਾ ਸਮਾਂ ਜਿਹੜਾ ਜੀ ਉਹ ਬਠਿੰਡੇ ਦੇ ਵਿੱਚ ਵੇਖੂਗਾ। ਬਠਿੰਡਾ ਪੰਜਾਬ ਦਾ ਅਹਿਮ ਹਲਕਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਾਸਤੇ ਜਿਹੜਾ ਜੀ ਉਹ ਹੋਊਗਾ, ਪਰ ਜਿੱਥੇ ਉਮੀਦਵਾਰਾਂ ਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਲੱਗੀ ਰਹੂਗੀ, ਉੱਥੇ ਬਹੁਤੇ ਲੋਕਾਂ ਦੀ ਜਿਹੜੀ ਨਿਗਾਹ ਆ ਉਹ ਸਾਲਿਆਂ ਦੇ ਉੱਤੇ ਵੀ ਜਿਹੜਾ ਉਹ ਲੱਗੀ ਰਹੂਗੀ ਕਿ ਉਹ ਕੀ ਕਰਦੇ। ਦੇਖੋ ਜੀ, ਲੋਕੀ ਮਜ਼ੇ ਲੈਣਗੇ ਜੀ ਦੇਖ ਕੇ ਵੀ ਇਸ ਸਾਲੇ ਨੇ ਕੀ ਕਿਹਾ ਤੇ ਇਸ ਸਾਲੇ ਨੇ ਕੀ ਕਿਹਾ। ਤੇ ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਉਸਨੇ ਕਿਹਾ ਕਿ ਜਿਹੜੀ ਚੀਫ ਜਸਟਿਸ ਦੇ ਖਿਲਾਫ ਸਾਜ਼ਿਸ਼ ਹੋਈ ਆ ਉਸ ਦੀ ਤਹਿ ਤੱਕ ਜਾਵਾਂਗੇ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਚਰਚਾ ਦਾ ਵਿਸ਼ਾ ਨਹੀਂ, ਵੱਡੀ ਚਰਚਾ ਦਾ ਵਿਸ਼ਾ ਜਿਹੜਾ ਜੀ ਇਸ ਵੇਲੇ ਬਣਿਆ ਹੋਇਆ ਹੈ। ਖਾਸ ਤੌਰ ਦੇ ਉੱਤੇ ਇੱਕ ਨੌਜਵਾਨ ਐਡਵੋਕੇਟ ਉਤਸਵ ਬੈਂਸ, ਇਹ ਜਿਹਨੇ ਇਹ ਸਾਰਾ ਮਾਮਲਾ ਐਕਚੁਅਲੀ ਸਾਹਮਣੇ ਲਿਆਂਦਾ, ਉਹਨੇ ਇੱਕ ਸਾਰੀ ਇਹ ਸਾਜ਼ਿਸ਼ ਜਿਹੜੀ ਆ ਜੀ ਉਹਦਾ ਭਾਂਡਾ ਭੰਨਦਿਆਂ ਹੋਇਆ ਇੱਕ ਸੀਲ ਬੰਦ ਲਿਫਾਫਾ ਜਿਹੜਾ ਜਿਹਦੇ ਵਿੱਚ ਸੀ ਫੁਟੇਜ ਵੀ ਹੈਗੀ ਆ, ਇਹਦੇ ਪਿੱਛੇ ਇਹ ਸਾਰੀ ਸਾਜ਼ਿਸ਼ ਜਿਹੜੀ ਆ ਜੀ ਉਹਨੇ ਜਿਹੜੇ ਮਾਨਯੋਗ ਜੱਜ ਨੇ ਉਹਨਾਂ ਨੂੰ ਦੱਸ ਦਿੱਤੀ। ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ, ਸੁਪਰੀਮ ਕੋਰਟ ਦੇ ਜੱਜਾਂ ਨੇ ਜਿਹੜੀਆਂ ਜਾਂਚ ਏਜੰਸੀਆਂ ਨੇ, ਜਿਹਦੇ ਵਿੱਚ ਕਹਿ ਲਓ ਕਿ ਇੱਕ ਤਾਂ ਜਿਹੜੀ CBI ਉਹਨੂੰ ਸੱਦਿਆ ਗਿਆ, IB ਨੂੰ ਜਿਹੜਾ ਉਹ ਸੱਦਿਆ ਗਿਆ, ਔਰ ਸੱਦ ਕੇ ਸਾਰੀਆਂ ਉਹਨਾਂ ਨੂੰ ਅੱਗੇ ਡਾਇਰੈਕਸ਼ਨ ਜਿਹੜੀਆਂ ਦੀ ਉਹ ਦਿੱਤੀਆਂ ਗਈਆਂ। ਜਿਹੜੀ ਉਤਸਵ ਬੈਂਸ ਨੇ ਸੌਂਪਿਆ ਜਿਹੜੇ ਸਾਰੇ ਦੇ ਸਾਰੇ ਇਹ ਲਿਫਾਫਾ, ਉਹਦੇ ਉੱਤੇ ਜਿਹੜੀ ਦੀ ਉਹ ਛਾਣਬੀਣ ਦੀ ਗੱਲ ਆਖੀ ਗਈ ਆ। ਉਤਸਵ ਬੈਂਸ ਜਿਹਨੇ ਕਿ ਆਪਣੀ ਕੈਰੀਅਰ ਦੀ ਪਰਵਾਹ ਨਾ ਕਰਦਿਆਂ, ਜਿਹਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਸ ਸਾਜ਼ਿਸ਼ ਦਾ ਭਾਂਡਾ ਭੰਨਿਆ, ਉਹਨੇ ਇਹ ਗੱਲ ਆਖੀ ਕਿ ਪਹਿਲਾਂ ਉਹਨੂੰ 50 ਲੱਖ ਦੀ ਆਫਰ ਦਿੱਤੀ ਗਈ, ਫਿਰ ਜਦੋਂ ਨਾ ਮੰਨਿਆ ਤਾਂ 1.5 ਕਰੋੜ ਦੀ ਆਫਰ ਵੀ ਜਿਹੜੀ ਸੀ ਉਹ ਦਿੱਤੀ ਗਈ, ਪਰ ਉਹਨੇ ਆਫਰ ਜਿਹੜੀ ਉਹ ਸਵੀਕਾਰੀ ਨਹੀਂ, ਔਰ ਉਹਨੇ ਇਹ ਸਾਰਾ ਕੁਝ ਜਿਹੜਾ ਸੀ ਸੁਪਰੀਮ ਕੋਰਟ ਨੂੰ ਦੱਸ ਦਿੱਤਾ। ਬੈਂਚ ਜਿਹੜਾ ਕਿ ਇਹਦੀ ਜਾਂਚ ਕਰ ਰਿਹਾ, ਚੀਫ ਜਸਟਿਸ ਦੇ ਖਿਲਾਫ ਸਾਜ਼ਿਸ਼ ਦੀ ਜਾਂਚ ਜਿਹੜੀ ਕਰ ਰਿਹਾ, ਉਸ ਬੈਂਸ ਦੇ ਮੂਹਰੇ ਹਲਫਨਾਮਾ ਦਾਇਰ ਕੀਤਾ ਇਸ ਉਤਸਵ ਬੈਂਸ ਵਕੀਲ ਨੇ, ਔਰ ਇਹ ਹਲਫਨਾਮਾ ਜਿਹੜਾ CBI ਦੇ ਡਾਇਰੈਕਟਰ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਨਾਲ ਸਾਂਝਾ ਕੀਤਾ ਗਿਆ। IB ਦੇ ਜਿਹੜੇ ਹੈੱਡ ਨੇ ਉਹ ਵੀ ਇਸ ਮੌਕੇ ਦੇ ਉੱਤੇ ਹਾਜ਼ਰ ਸੀਗੇ। ਜਿਹੜਾ ਇਹ ਬੈਂਚ ਆ ਉਹਨੇ ਕਿਹਾ ਕਿ ਇਹ ਇੱਕ ਨੌਜਵਾਨ ਐਡਵੋਕੇਟ ਦੇ ਵੱਲੋਂ ਲਾਇਆ ਗਿਆ ਗੰਭੀਰ ਇਲਜ਼ਾਮ ਹੈ, ਜਿਹਦੇ ਸਾਹਮਣੇ ਆਪਣਾ ਪੂਰਾ ਕੈਰੀਅਰ ਪਿਆ, ਉਹ ਗਲਤ ਹਲਫਨਾਮਾ ਦੇਣ ਦਾ ਨਤੀਜਾ ਜਾਣਦਾ। ਬੈਂਚ ਨੇ ਵੀ ਕਿਹਾ ਕਿ ਵਿਵਸਥਾ ਨੂੰ ਸ਼ੁੱਧ ਕਰਨਾ ਸਾਡੀ ਜ਼ਿੰਮੇਵਾਰੀ ਹੈ। ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਐਡਵੋਕੇਟ ਉਤਸਵ ਬੈਂਸ ਦੇ ਹਲਫਨਾਮੇ ਦੇ ਵਿੱਚ ਆਖਿਆ ਗਿਆ ਕਿ ਅਜੇ ਨਾਂ ਦਾ ਸ਼ਖਸ ਉਹਨੂੰ ਮਿਲਿਆ ਸੀਗਾ। ਉਹਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ ਲਾਉਣ ਵਾਲੀ
ਔਰਤ ਤੇ ਕੁਝ ਰਜਿਸਟਰੀ ਮੁਲਾਜ਼ਮਾਂ ਦੇ ਨਾਲ ਮਿਲ ਕੇ ਤਪਨ ਚੱਕਰਵਰਤੀ ਤੇ ਮਾਨਵ ਸ਼ਰਮਾ ਨੇ ਸਾਜ਼ਿਸ਼ ਰਚੀ ਸੀ ਔਰ ਇੱਕ ਗੰਭੀਰ ਮਾਮਲਾ ਹੈ। ਜੁਡੀਸ਼ਰੀ ਦੇ ਵਿੱਚ ਫਿਕਸਿੰਗ ਨਹੀਂ ਹੋਣੀ ਚਾਹੀਦੀ। ਉਹਨੇ ਕਿਹਾ ਕਿ ਅਸੀਂ ਇਸ ਮੁੱਦੇ ਦੀ ਜੜ ਤੱਕ ਜਾ ਕੇ ਪਤਾ ਲਾਉਣਾ ਚਾਹੁੰਦੇ ਹਾਂ ਕਿ ਇਹ ਫਿਕਸਰ ਕੌਣ ਨੇ। ਜੇ ਇਸ ਤਰ੍ਹਾਂ ਦੇ ਹਲਫਨਾਮੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਮੁਲਕ ਦਾ ਜੁਡੀਸ਼ਰੀ ਤੋਂ ਭਰੋਸਾ ਉੱਠ ਜਾਊਗਾ। ਇਹ ਗੱਲ ਜਿਹੜੀ ਜੀ ਉਹ ਬੈਂਚ ਨੇ ਆਖੀ ਹੈ। ਹੁਣ ਜਿਹੜਾ ਜੀ ਸਵਾਲ ਵੱਡਾ ਇਹੀ ਰਹੂਗਾ ਕਿ ਇਹਦੀ ਜਾਂਚ ਜਿਹੜੀ ਆ ਜੀ ਉਹ ਕਿੱਥੋਂ ਤੱਕ ਜਾਂਦੀ ਹੈ। ਉਹਦਾ ਤੋਂ ਇਸ ਕਰਕੇ ਸਵਾਲ ਜਿਹੜਾ ਜੀ ਉਹ ਰਹੂਗਾ ਕਿ ਪਿਛਲੇ ਦਿਨਾਂ ਤੋਂ ਜਾਂਚ ਏਜੰਸੀਆਂ ਦੇ ਉੱਤੇ ਵੀ ਉਂਗਲਾਂ ਜਿਹੜੀਆਂ ਉਹ ਉੱਠਦੀਆਂ ਰਹੀਆਂ ਨੇ। CBI ਦਾ ਕੀ ਹਸ਼ਰ ਕੀਤਾ ਮੌਜੂਦਾ ਕੇਂਦਰ ਦੀ ਸਰਕਾਰ ਨੇ, ਉਹ ਸਭ ਨੂੰ ਪਤਾ। ਦੂਜਾ ਜਿਹੜਾ ਉਤਸਵ ਬੈਂਸ ਨੇ ਜਿਹੜਾ ਖੁਲਾਸਾ ਕੀਤਾ, ਜਿਹੜੀ ਉਹਨੇ ਸਾਰੀ ਡਿਟੇਲ ਲਿਖ ਕੇ ਹਲਫਨਾਮਾ ਦਾਇਰ ਕੀਤਾ ਸੁਪਰੀਮ ਕੋਰਟ ਦੇ ਵਿੱਚ, ਉਹਨੇ ਇੱਕ ਵੱਡੇ ਕਾਰਪੋਰੇਟ ਅਦਾਰੇ ਦਾ ਨਾਮ ਇਹਦੇ ਵਿੱਚ ਜਿਹੜਾ ਦੱਸਿਆ, ਜਿਹੜੇ ਕਿ ਕਰੋੜਾਂ ਰੁਪਈਆ ਖਰਚ ਰਿਹਾ ਇਸ ਗੱਲ ਦੇ ਕਿ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਦੇ ਉੱਤੇ ਇਹ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਔਰ ਉਤਸਵ ਬੈਂਸ ਨੇ ਇਹ ਜਿਹੜਾ ਵੀ ਇਹਦੇ ਵਿੱਚ ਦੱਸਿਆ ਕਿ ਉਹਨੂੰ ਇਹ ਆਫਰ ਇਸ ਚੀਜ਼ ਦੀ ਹੀ ਦਿੱਤੀ ਜਾ ਰਹੀ ਸੀ 1.5 ਕਰੋੜ ਰੁਪਏ ਦੀ। ਇੱਕ ਤਾਂ ਔਰਤ ਤੋਂ ਤੂੰ ਇਲਜ਼ਾਮ ਲਵਾਉਣੇ ਆ, ਔਰਤ ਉਹਨੂੰ ਪ੍ਰੋਵਾਈਡ ਕਰਾ ਦਿੱਤੀ ਗਈ, ਔਰ ਦੂਜਾ ਇਹ ਕਿਹਾ ਗਿਆ ਕਿ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਕਰਕੇ ਉਹਦੇ ਵਿੱਚ ਤੂੰ ਇਹ ਸਾਰੇ ਖੁਲਾਸੇ ਕਰਨੇ ਆ ਤਾਂ ਕਿ ਇਹਦਾ ਰੌਲਾ ਪੈ ਜਾਵੇ। ਔਰ ਰੌਲਾ ਪੈਣ ਤੋਂ ਬਾਅਦ ਚੀਫ ਜਸਟਿਸ ਜਿਹੜੇ ਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋਣਾ ਪੈ ਜਾਵੇ। ਏਡੀ ਵੱਡੀ ਸਾਜ਼ਿਸ਼ ਜਿਹੜੀ ਹੈ ਜੀ ਇਹ ਉਸ ਕਾਨੂੰਨ ਦੇ ਤਹਿਤ ਜਿਹੜੀ ਉਹ ਰਚੀ ਗਈ, ਜਿਹਦੇ ਤਹਿਤ ਪਤਾ ਨਹੀਂ ਕਿੰਨੇ ਕੁ ਪਹਿਲਾਂ ਜਿਹੜੇ ਦੀ ਉਹ ਫਸਾਏ ਜਾ ਚੁੱਕੇ। ਬਿਲਕੁਲ ਜੀ ਬਿਲਕੁਲ, ਬੜਾ ਵੱਡਾ ਗਰੋਹ ਆ ਜੀ ਇਹ। ਤੇ ਅੱਗੇ ਬਹਿਬਲ ਕਲਾਂ ਕਾਂਡ ਦੀ ਜੇ ਗੱਲ ਕਰੀਏ ਤੇ ਉਸ ਦੇ ਵਿੱਚ ਸ਼ਰਮਾ ਦੇ ਖਿਲਾਫ ਕੇਸ ਦੋਸ਼ ਦਰਜ। ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਬਹਿਬਲ ਕਾਂਡ ਜਿਹੜਾ ਜੀ, ਇਹਦੇ ਵਿੱਚ ਸਾਬਕਾ SSP ਚਰਨਜੀਤ ਸ਼ਰਮਾ ਦੇ ਖਿਲਾਫ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ। ਇਸ ਮੌਕੇ ਸ਼ਰਮਾ ਨੂੰ ਤਾਂ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਜੀ। ਅਦਾਲਤ ਨੇ ਸਾਬਕਾ SSP ਨੂੰ 26 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਜਾਂਚ ਟੀਮ ਨੇ SP ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖਾਨਾ ਦੇ ਸਾਬਕਾ SHO ਅਮਰਜੀਤ ਸਿੰਘ ਕਲਾਰ ਖਿਲਾਫ ਚਲਾਨ ਅਦਾਲਤ ਪੇਸ਼ ਨਹੀਂ ਕੀਤਾ ਅਜੇ। ਇਹਨਾਂ ਦੀ ਗ੍ਰਿਫਤਾਰੀ ਦੇ ਉੱਤੇ 23 ਮਈ ਤੱਕ ਰੋਕ ਲੱਗੀ ਹੋਈ ਆ। ਜਾਂਚ ਟੀਮ ਨੇ ਚਲਾਨ ਨਾ ਪੇਸ਼ ਕਰਕੇ ਇਹਨਾਂ ਦੀ ਗ੍ਰਿਫਤਾਰੀ ਦਾ ਰਾਹ ਅਜੇ ਖੁੱਲ੍ਹਾ ਰੱਖਿਆ। ਜਾਂਚ ਟੀਮ ਨੇ ਬਾਕੀ ਪੁਲਿਸ ਵਾਲੇ ਜਿਹੜੇ ਅਧਿਕਾਰੀਆਂ ਤੋਂ ਪੁੱਛ ਪੜਤਾਲ ਤੋਂ ਬਾਅਦ ਚਲਾਨ ਪੇਸ਼ ਕਰਨ ਦੀ ਗੱਲ ਜਿਹੜੀ ਉਹ ਕਹੀ ਹੈ। ਚਰਨਜੀਤ ਸ਼ਰਮਾ ਨੂੰ 27 ਜਨਵਰੀ ਨੂੰ ਹੁਸ਼ਿਆਰਪੁਰ ਤੋਂ ਉਹਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀਗਾ। 27 ਅਪ੍ਰੈਲ ਤੱਕ ਜਾਂਚ ਟੀਮ ਦੇ ਵੱਲੋਂ ਚਲਾਨ ਪੇਸ਼ ਕਰਨਾ ਲਾਜ਼ਮੀ। ਜੇ ਇਸ ਤਰ੍ਹਾਂ ਨਾ ਕੀਤਾ ਜਾਂਦਾ ਤੇ ਚਰਨਜੀਤ ਸ਼ਰਮਾ ਨੂੰ ਬਹਿਬਲ ਕਾਂਡ ਮਾਮਲੇ 'ਚੋਂ ਜ਼ਮਾਨਤ ਮਿਲ ਜਾਣੀ, ਕਿਉਂਕਿ ਮੌਜੂਦਾ ਜਿਹੜੀ ਸਰਕਾਰ ਕਾਂਗਰਸ ਦੀ ਉਹਨੂੰ ਪਤਾ ਇਹ ਜੇ ਨਾ ਹੁੰਦਾ ਚਲਾਨ ਜਿਹੜਾ ਜੀ ਪੇਸ਼ ਨਾ ਹੁੰਦਾ ਤੇ ਉਹਦੇ ਉੱਤੇ ਕਿੰਤੂ ਪਰੰਤੂ ਤਾਂ ਪਹਿਲਾਂ ਹੀ ਹੋ ਰਿਹਾ ਸਾਰੀ ਜਾਂਚ ਨੂੰ ਲੈ ਕੇ, ਇਹ ਫਿਰ ਹੋਰ ਵੱਡੇ ਜਿਹੜੇ ਉਹ ਹੋ ਜਾਣੇ ਸੀਗੇ। ਜਾਂਚ ਟੀਮ ਦੇ ਮੈਂਬਰ ਕਪੂਰਥਲਾ ਦੇ SSP ਸਤਿੰਦਰਪਾਲ ਸਿੰਘ ਚਲਾਨ ਪੇਸ਼ ਕਰਨ ਲਈ ਖੁਦ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਹਾਜ਼ਰ ਰਹੇ। 300 ਸਫ਼ਿਆਂ ਦਾ ਇਹ ਚਲਾਨ ਹੈ ਜਿਹਦੇ ਵਿੱਚ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਦੇ ਖਿਲਾਫ ਪੁਲਿਸ ਅਧਿਕਾਰੀਆਂ, ਡਾਕਟਰਾਂ, ਫੋਰੈਂਸਿਕ ਮਾਹਰਾਂ ਨੂੰ ਗਵਾਹ ਵਜੋਂ ਸ਼ਾਮਲ ਕੀਤਾ। 300 ਸਫ਼ਿਆਂ ਦਾ ਇਹ ਚਲਾਨ ਹੈ। ਅਜੇ ਇਹਦੀ ਜਿਹੜੀ ਹੈ ਜੀ ਡਿਟੇਲ ਸਾਹਮਣੇ ਨਹੀਂ ਆਈ ਕਿਉਂਕਿ ਥੋੜਾ ਸਮਾਂ ਜਿਹੜਾ ਜੀ ਇੱਕ ਅੱਧਾ ਦਿਨ ਲੱਗੂਗਾ ਇਹਨੂੰ ਜਿਹੜਾ ਜੀ ਲੈ ਕੇ ਉਹਨੂੰ ਪੜ੍ਹਨ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਦੋਸ਼ ਲਾਏ ਔਰ ਖਾਸ ਤੌਰ ਦੇ ਉੱਤੇ ਗਵਾਹੀਆਂ ਜਿਹੜੀਆਂ ਜੀ ਇਹਦੇ ਵਿੱਚ ਕੀ ਹੋਣੀਆਂ, ਕੀ ਗਵਾਹੀਆਂ ਜਿਹੜੀਆਂ ਜੀ ਉਹ ਪੁਲਿਸ ਨੇ ਰੱਖੀਆਂ ਨੇ। ਇਹ ਬਹੁਤ ਅਹਿਮ ਜਿਹੜਾ ਜੀ ਉਹ ਚਲਾਨ ਦੀ ਕਾਪੀ ਹੋਊਗੀ। ਉਹ ਇਸ ਕਰਕੇ ਕਿ ਇਹਦੇ ਉੱਤੇ ਬਾਕੀ ਜਿਹੜੇ ਅਜੇ ਗ੍ਰਿਫਤਾਰ ਨਹੀਂ ਹੋਏ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਦੀ ਨਿਗਾਹ ਰਹੂਗੀ ਕਿ ਕਿਹੋ ਜਿਹੇ ਸਬੂਤ ਜਿਹੜੇ ਆ ਉਹ SIT ਨੇ ਹੁਣ ਤੱਕ ਲੱਭੇ ਆ ਜੀ। ਤੇ ਅੱਗੇ ਸੁੱਚਾ ਲੰਗਾਹ ਦੀ ਜੇ ਗੱਲ ਕਰੀਏ, ਉਹ ਵੀ ਥਾਂ ਥਾਂ ਤੇ ਕਹਿੰਦੇ ਬੈਠਕਾਂ ਕਰਦਾ ਫਿਰਦਾ, ਪ੍ਰਚਾਰ ਹੀ ਕਰਦਾ ਹੈ। ਉਸ ਦੇ ਖਿਲਾਫ ਸਿੱਖ ਪ੍ਰਚਾਰਕ ਅਕਾਲ ਤਖਤ ਪਹੁੰਚੇ। ਬਿਲਕੁਲ ਜੀ, ਐਕਚੁਅਲੀ ਸੁੱਚਾ ਲੰਗਾਹ ਜਿਹੜਾ ਜੀ ਉਹ ਫਿਰ ਰਿਹਾ ਜੀ ਪ੍ਰਚਾਰ ਕਰਦਾ, ਔਰ ਜੇ ਉਹਨੂੰ ਕੋਈ ਰੋਕਦਾ ਤੇ ਉਹ ਜਿਹੜਾ ਜੀ ਉਹਨਾਂ ਪ੍ਰਤੀ ਭਾਸ਼ਾ ਜਿਹੋ ਜਿਹੀ ਉਹਦੀ ਹੈਗੀ ਆ ਉਹ ਵਰਤਦਾ ਜੀ, ਉਹਨਾਂ ਨੂੰ ਕੁੱਤੇ ਬਿੱਲੇ ਉਹ ਦੱਸਦਾ। ਤੇ ਕੁਛ ਜਿਹੜੇ ਪ੍ਰਚਾਰਕ ਸੀਗੇ ਜੀ ਉਹ ਮੰਗ ਪੱਤਰ ਦੇਣ ਦੇ ਵਾਸਤੇ ਅਕਾਲ ਤਖਤ ਦੇ ਸਕੱਤਰੇਤ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ। ਢਾਡੀ ਜਥਾ ਜਿਹੜਾ ਹੈਗਾ ਜੀ ਉਹਨੂੰ ਵੀ 10 ਦਿਨਾਂ ਦੇ ਵਿੱਚ ਸਪਸ਼ਟੀਕਰਨ ਦੇਣ ਦੀ ਹਦਾਇਤ ਅਕਾਲ ਤਖਤ ਦੇ ਵੱਲੋਂ ਦਿੱਤੀ ਗਈ ਆ। ਉਹ ਇਸ ਕਰਕੇ ਕਿ ਇੱਕ ਢਾਡੀ ਜਥਾ ਹੈ ਖੜਕ ਸਿੰਘ, ਜਿਹਨੇ ਜਿਹੜਾ ਲੰਗਾਹ ਦੇ ਹੱਕ ਦੇ ਵਿੱਚ ਕੋਈ ਜਿਹੜੀ ਜੀ ਉਹ ਗਾ ਦਿੱਤਾ ਜਿਹੜਾ ਉਹ ਚੱਲੀ ਜਾਂਦਾ।
ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਹੁਣ ਸਿੱਖ ਸੰਗਤ ਨੂੰ ਹਦਾਇਤ ਦਿੱਤੀ ਹੈ ਜੀ ਕਿ ਪੰਥ ਦੇ ਵਿੱਚੋਂ ਛੇਕੇ ਸੁੱਚਾ ਸਿੰਘ ਲੰਗਾਹ ਦੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਦੇ ਖਿਲਾਫ ਮਿਲਵਰਤਨ ਤੋਂ ਗਰੇਜ਼ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਜੇ ਕੋਈ ਉਹਨੂੰ ਮਿਲਦੇ ਵਰਤਦੇ ਆ ਤੇ ਉਹ ਅਕਾਲ ਤਖਤ ਦੇ ਆਦੇਸ਼ਾਂ ਦੀ ਉਲੰਘਣਾ। ਪਰ ਇੱਥੇ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰੇ ਜਾਂ ਜਿਹੜੇ ਬਾਕੀ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਸੁੱਚਾ ਲੰਗਾਹ ਰਾਜਨੀਤੀਆਂ ਜਿਹੜੀਆਂ ਦੀ ਉਹ ਕਰ ਰਿਹਾ। ਔਰ ਹਰਪ੍ਰੀਤ ਸਿੰਘ ਹੋਰਾਂ ਨੇ ਲੋਕਾਂ ਨੂੰ ਤਾਂ ਵਰਤਤਾ, ਜਿਹਦਾ ਉਹ ਆਗੂ ਆ, ਜਿਹਦੇ ਵਾਸਤੇ ਉਹ ਕਹਿੰਦਾ ਕਿ ਮੈਂ ਸਿਪਾਹੀ ਆ ਅਕਾਲੀ ਦਲ ਬਾਦਲ ਦਾ, ਉਹਨਾਂ ਦੇ ਖਿਲਾਫ ਵੀ ਉਹ ਕਿਉਂ ਨਾ ਜਿਹੜਾ ਦੀ ਉਹ ਰੋਕਣ। ਇਹ ਜਿਹੜਾ ਦੀ ਉਹ ਸਵਾਲ ਹੈ। ਜਿਹੜਾ ਇਹ ਹੈਗਾ ਜੀ ਢਾਡੀ ਜਥਾ, ਉਹਨੇ ਸੁੱਚਾ ਸਿੰਘ ਲੰਗਾਹ ਦੇ ਵਾਸਤੇ ਪੰਥ ਦੀ ਮਹਾਨ ਸ਼ਖਸੀਅਤ ਕਹਿ ਕੇ ਉਹਨੂੰ ਜਿਹੜਾ ਜੀ ਉਹ ਸੰਬੋਧਨ ਕੀਤਾ। ਉਹ ਹੁਣ ਇਹਨੂੰ ਜਿਹੜਾ ਢਾਡੀ ਜਥਾ ਉਹਨੂੰ ਵੀ 10 ਦਿਨਾਂ ਦੇ ਵਿੱਚ ਸਪਸ਼ਟੀਕਰਨ ਦੇਣ ਦਾ ਜਿਹੜਾ ਜੀ ਉਹ ਹੁਕਮ ਦਿੱਤਾ ਗਿਆ। ਐਕਚੁਅਲੀ ਇਹ ਆ ਕਿ ਜਿਹੜਾ ਸੁੱਚਾ ਸਿੰਘ ਲੰਗਾਹ ਆ ਇਹ ਪਿਛਲੇ ਕੁਛ ਦਿਨਾਂ ਤੋਂ ਸਰਗਰਮ ਜਿਹੜਾ ਜੀ ਉਹ ਹੋਇਆ ਗੁਰਦਾਸਪੁਰ ਦੇ ਏਰੀਏ ਦੇ ਵਿੱਚ, ਔਰ ਵੱਖ-ਵੱਖ ਸਮਾਗਮਾਂ ਦੇ ਵਿੱਚ ਉਹ ਲਗਾਤਾਰ ਪ੍ਰਚਾਰ ਜਿਹੜਾ ਉਹ ਕਰ ਰਿਹਾ ਭਾਜਪਾ ਦਾ, ਕਿਉਂਕਿ ਗੁਰਦਾਸਪੁਰ ਹਲਕਾ ਜਿਹੜਾ ਜੀ ਉਹ ਭਾਜਪਾ ਦੇ ਹਿੱਸੇ ਆਇਆ। ਜਦੋਂ ਪਿਛਲੀ ਜ਼ਿਮਨੀ ਚੋਣ ਹੋਈ ਸੀਗੀ ਇੱਥੇ ਬਾਈ ਇਲੈਕਸ਼ਨ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ, ਉਦੋਂ ਸੁੱਚਾ ਸਿੰਘ ਲੰਗਾਹ ਦੀ ਜਿਹੜੀ ਵੀਡੀਓ ਆ ਉਹ ਸਾਹਮਣੇ ਆਈ ਸੀਗੀ, ਜਿਹਨੇ ਅਕਾਲੀ ਦਲ ਨੂੰ ਵੱਡੀ ਢਾਹ ਲਾਈ ਸੀ। ਉਸ ਚੀਜ਼ ਤੋਂ ਸਬਕ ਜਿਹੜਾ ਜੀ ਉਹ ਨਾ ਸਿੱਖਦਿਆਂ ਹੋਇਆ ਅਜੇ ਵੀ ਅਕਾਲੀ ਦਲ ਨੇ ਅਕਾਲ ਤਖਤ ਤੋਂ ਹੁਕਮਨਾਮੇ ਦੇ ਬਾਵਜੂਦ ਸੁੱਚੇ ਲੰਗਾਹ ਨੂੰ ਜਿਹੜਾ ਜੀ ਉਹ ਉੱਥੇ ਸਰਗਰਮ ਕਰਨ ਦਾ ਫੈਸਲਾ ਲਿਆ, ਕਿਉਂਕਿ ਪਾਰਟੀ ਦੇ ਇਸ਼ਾਰੇ ਤੋਂ ਬਿਨਾਂ ਸੁੱਚਾ ਲੰਗਾਹ ਆਪਣੇ ਆਪ ਸਰਗਰਮ ਨਹੀਂ ਹੋ ਸਕਦਾ। ਬਿਲਕੁਲ ਜੀ, ਉਹ ਉਹਨਾਂ ਲਈ ਹੀ ਕੰਮ ਕਰ ਰਿਹਾ ਸੀ, ਉਹਨੇ ਕਦੋਂ ਨੂੰ ਪਰੇ ਕੀਤਾ ਆ। ਤੇ ਅੱਗੇ ਗੱਲ ਕਰਦੇ ਆ ਜੀ 22 ਸੂਬਿਆਂ ਦੀ ਪੁਲਿਸ, ਤੇ ਉਸ ਦੇ ਵਿੱਚ ਸਭ ਤੋਂ ਵੱਧ ਮੈਂ ਤੇ ਖਤਰਨਾਕ ਹੀ ਕਹੂੰਗੀ ਉਸ ਖੌਫ ਪੰਜਾਬ ਪੁਲਿਸ। ਬਿਲਕੁਲ ਜੀ, ਖੌਫ ਜਾਂ ਖਤਰਨਾਕ ਇੱਕੋ ਹੀ ਜਿਹੜੀ ਦੀ ਉਹ ਗੱਲ ਹੈ। ਉਹ ਜਿਹੜਾ ਤੁਸੀਂ ਕਹਿ ਸਕਦੇ ਹੋ, ਇਹ ਐਕਚੁਅਲੀ ਨਾ ਜੀ ਇੱਕ ਰਿਪੋਰਟ ਜਿਹੜੀ ਆ ਉਹ ਆਈ ਆ ਜਿਹਦੇ ਵਿੱਚ 22 ਸੂਬਿਆਂ ਦੇ ਉੱਤੇ ਜਿਹੜਾ ਜੀ ਇਹ ਸਰਵੇ ਕੀਤਾ ਗਿਆ। ਇਹ ਜਿਹੜਾ ਜੀ ਸਟੇਟ ਆਫ ਪੁਲਿਸਿੰਗ ਇਨ ਇੰਡੀਆ ਰਿਪੋਰਟ ਜਿਹੜਾ ਜੀ 18 ਇਹ ਹੁਣ ਜਾਰੀ ਕੀਤੀ ਗਈ 18 ਦੇ ਬਾਰੇ ਆ। ਸੈਂਟਰ ਫਾਰ ਸਟੱਡੀ ਆਫ ਡਿਵੈਲਪਿੰਗ ਸਾਇੰਸ ਤੇ NGO ਕਾਮਨ ਕਾਜ਼ ਉਹਦੇ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ। ਪਤਾ ਨਹੀਂ ਕਿੰਨੇ ਕੁ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਪੁਲਿਸ ਦੀਆਂ ਸ਼ਾਮਲ ਕੀਤੀਆਂ ਗਈਆਂ ਨੇ, ਪਰ ਅਜੇ ਕਈ ਸ਼ਾਮਲ ਨਹੀਂ ਵੀ ਹੋਈਆਂ, ਜੇ ਹੋਣ ਵਾਲੀਆਂ ਹੋ ਜਾਂਦੀਆਂ ਜੀ। ਖਾਸ ਤੌਰ ਦੇ ਉੱਤੇ ਆ ਜਿਹੜਾ ਡਾਕਾ ਪਿਆ ਪਿਛਲੇ ਦਿਨੀ, ਕਿਵੇਂ ਨਾਕੇ ਤੋਂ ਕਾਰ ਜਿਹੜੀ ਆ ਜੀ ਉਹ ਫੜਦੇ ਆ, ਉਹਨੂੰ ਕਾਰ ਨੂੰ ਖੰਨੇ ਲੈ ਜਾਂਦੇ ਆ, ਬੰਦੇ ਨੂੰ ਇੱਕ ਰਾਤ ਰੱਖ ਕੇ ਅਗਲੇ ਦਿਨ ਕਹਿੰਦੇ ਕਾਰ ਤੇਰੀ 2 ਦਿਨ ਬਾਅਦ ਮਿਲ ਜੂਗੀ। ਉਹ ਕਾਰ ਦੇ ਉੱਤੇ ਡਾਕਾ ਮਾਰਿਆ ਜਾਂਦਾ ਪਾਦਰੀ ਦੇ ਘਰੇ, ਔਰ ਪਾਦਰੀ ਦੇ ਜਿਹੜਾ ਜੀ ਉਹ ਘਰ ਜਾ ਕੇ ਉੱਥੋਂ ਪੈਸਾ ਚੁੱਕ ਲਿਆ ਜਾਂਦਾ। ਪੈਸਾ ਇਹ ਕਿਹਾ ਜਾਂਦਾ ਕਿ 6.5 ਕਰੋੜ ਘੱਟ ਹੈ, ਉਹ ਗਾਇਬ ਕਰ ਦਿੱਤਾ ਜਾਂਦਾ। ਫਿਰ 2 ASI ਗਾਇਬ ਹੋ ਜਾਂਦੇ ਆ। ਇਹ ਕੋਈ ਫਿਲਮੀ ਕਹਾਣੀ ਨਹੀਂ ਜੀ, ਇੱਥੇ ਵਾਪਰੀ ਜਿਹੜੀ ਕਹਾਣੀ ਆ। ਜੇ ਇਹ ਕਹਾਣੀਆਂ 19 ਵਾਲੀਆਂ ਸ਼ਾਮਲ ਹੋ ਜਾਂਦੀਆਂ ਫਿਰ ਤਾਂ ਨੇੜੇ ਤੇੜੇ ਵੀ ਨਹੀਂ ਸੀ ਆਉਣਾ। ਉਸ ਤੋਂ ਬਿਨਾਂ ਵੀ ਜਿਹੜਾ ਜੀ ਉਹ ਬਾਜੀ ਪੰਜਾਬ ਪੁਲਿਸ ਦੀ ਜਿਹੜੀ ਉਹ ਹੈਗੀ ਆ। ਪੁਲਿਸ ਦੇ ਵੱਖ-ਵੱਖ ਮਾਪਦੰਡਾਂ ਦੇ ਉੱਤੇ ਮੁਲਾਂਕਣ ਕਰਨ ਵਾਲੀ ਜਿਹੜੀ ਇਹ ਰਿਪੋਰਟ ਹੈ, ਪੰਜਾਬ ਤੇ ਦਿੱਲੀ ਪੁਲਿਸ ਨੂੰ ਫਾਡੀ ਥਾਂ ਜਿਹੜੀ ਜੀ ਉਹ ਮਿਲਿਆ। ਅਖੀਰ ਦੇ ਵਿੱਚ ਆਈਆਂ ਨੇ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ। ਪੁਲਿਸ ਦੀ ਕਾਰਗੁਜ਼ਾਰੀ ਨੂੰ ਨਿਰਪੱਖਤਾ, ਪੁਲਿਸ ਦੇ ਵਿੱਚ ਔਰਤਾਂ ਪ੍ਰਤੀ ਨਰਮੀ ਤੇ ਲੋਕਾਂ ਦੇ ਨਜ਼ਰੀਏ ਨਾਲ ਪੁਲਿਸ ਪ੍ਰਤੀ ਜਿਹੜੇ ਭਰੋਸੇ ਆ, ਇਹਨਾਂ ਨੂੰ ਇਹਦੇ ਵਿੱਚ ਪਰਖਿਆ ਗਿਆ। ਸੀਨੀਅਰ ਅਧਿਕਾਰੀਆਂ 'ਚ ਭਰੋਸੇ ਦੇ ਮਾਮਲੇ ਦੇ ਵਿੱਚ ਹਰਿਆਣਾ ਪੁਲਿਸ ਪਹਿਲੇ ਨੰਬਰ ਤੇ ਆ, ਜਦੋਂ ਕਿ ਹਿਮਾਚਲ ਜਿਹੜੀ ਪੁਲਿਸ ਆ ਉਹਨੂੰ ਦੂਜੀ ਜਗ੍ਹਾ ਮਿਲੀ ਆ। ਧਾਰਨਾ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਅਖੀਰਲਾ ਮਤਲਬ ਕਿ 22ਵਾਂ ਰੈਂਕ ਮਿਲਿਆ, ਜਦੋਂ ਕਿ ਸੀਨੀਅਰ ਪੁਲਿਸ ਅਧਿਕਾਰੀਆਂ 'ਚ ਭਰੋਸੇ ਪ੍ਰਤੀ ਪੰਜਾਬ ਦਾ ਨੰਬਰ 20ਵਾਂ, ਦਿੱਲੀ ਪੁਲਿਸ ਨੂੰ 12ਵਾਂ ਨੰਬਰ ਮਿਲਿਆ। ਪੁਲਿਸ ਦੀ ਨਿਰਪੱਖਤਾ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ 20ਵਾਂ ਤੇ ਦਿੱਲੀ ਨੂੰ 21ਵੀਂ ਜਗ੍ਹਾ ਜਿਹੜੀ ਆ ਜੀ ਉਹ ਮਿਲੀ ਆ। ਪੁਲਿਸ ਦੇ ਵਿੱਚ ਔਰਤਾਂ ਦੀ ਭਰਤੀ ਦੇ ਮਾਮਲੇ ਦੇ ਵਿੱਚ ਉੱਤਰਾਖੰਡ ਨੇ ਬਾਜੀ ਮਾਰੀ ਹੈ, ਜਦੋਂ ਕਿ ਹਰਿਆਣਾ ਜਿਹੜਾ ਉਹ ਦੂਜੇ ਨੰਬਰ ਤੇ ਰਿਹਾ। ਔਰ ਇਸ ਮਾਮਲੇ ਦੇ ਵਿੱਚ ਪੰਜਾਬ ਜਿਹੜਾ ਜੀ ਉਹ ਪਾਣੀ ਹਾਰ ਨਹੀਂ ਗਾ ਜੀ। ਹੁਣ ਪਤਾ ਨਹੀਂ ਇਹਨੂੰ ਕਿਹੜੇ ਤਰੀਕੇ ਦੇ ਨਾਲ ਲਿਆ ਜਾਵੇ ਜੀ। ਵੈਸੇ ਜੇ ਪੁਲਿਸ ਵਾਲਿਆਂ ਤੋਂ ਪੁੱਛਿਆ ਜਾਵੇ ਤਾਂ ਉਹ ਇਹ ਜ਼ਰੂਰ ਜਿਹੜਾ ਜੀ ਉਹ ਕਹਿਣਗੇ ਕਿ ਦਹਿਸ਼ਤ ਜਿਹੜੀ ਹੁੰਦੀ ਆ ਉਹੋ ਹੀ ਖਿਲਾਰਨੀ ਪੁਲਿਸ ਦਾ ਕੰਮ ਹੁੰਦਾ। ਜੇ ਦਹਿਸ਼ਤ ਵਾਲੇ ਮਾਮਲੇ ਦੇ ਵਿੱਚ ਪੁਲਿਸ ਸਾਡੀ ਆ ਤੇ ਇਹਨੂੰ ਦੂਜੇ ਪਾਸੇ ਦੇਖਿਆ ਜਾਵੇ ਪਹਿਲੇ ਨੰਬਰ ਦੇ ਉੱਤੇ ਅਸੀਂ ਦਹਿਸ਼ਤ ਦੇ ਮਾਮਲੇ ਜੀ।
ਤੇ ਅੱਗੇ ਗੱਲ ਕਰਦੇ ਹਾਂ ਜੀ ਆਪਣੇ ਮੁੱਖ ਮੰਤਰੀ ਦੀ। ਉਸਨੇ ਸਿੱਧੀ ਧਮਕੀ ਦੇ ਦਿੱਤੀ ਜੀ ਮੰਤਰੀਆਂ ਨੂੰ, ਵਿਧਾਇਕਾਂ ਨੂੰ, ਵੀ ਹੈਲਪ ਕਰੋ ਇਹਨਾਂ ਵੋਟਾਂ ਦੇ ਵਿੱਚ। ਐਕਚੁਅਲੀ ਜੀ ਇਹ ਆ ਕਿ ਜਿਹੜੀ ਪਰਸੈਪਸ਼ਨ ਆ ਉਹ ਲੋਕਾਂ ਦੇ ਵਿੱਚ ਚੱਲਦੀ ਰਹਿੰਦੀ ਆ ਪਹਿਲਾਂ ਵੀ, ਜਿਹੜੀ ਕਿ ਇਹ ਮਿੱਥ ਕੇ ਜਿਹੜੀਆਂ ਦੀ ਉਹ ਚੋਣਾਂ ਲੜੀਆਂ ਜਾਂਦੀਆਂ ਨੇ, ਰਲ ਕੇ ਚੋਣਾਂ ਲੜੀਆਂ ਜਾਂਦੀਆਂ ਨੇ। ਇਹ ਪਰਸੈਪਸ਼ਨ ਜਿਹੜੀ ਆ ਜੀ ਇੱਕ ਵਾਰੀ ਫੇਰ ਲੋਕਾਂ ਦੇ ਮਨਾਂ ਦੇ ਅੰਦਰ ਘੱਟੋ ਘੱਟ 4 ਸੀਟਾਂ ਨੂੰ ਲੈ ਕੇ ਤਾਂ ਜਿਹੜੀ ਆ ਜੀ ਉਹ ਚੱਲ ਰਹੀ ਆ। ਹੁਣ ਸਵਾਲ ਜਿਹੜਾ ਨਾ ਜੀ ਵੱਡਾ ਇਹ ਉੱਠਿਆ ਕਿ ਚਾਹੇ ਉਹ ਪਟਿਆਲੇ ਦੀ ਸੀਟ ਹੈ, ਚਾਹੇ ਉਹ ਬਠਿੰਡੇ ਦੀ ਸੀਟ ਹੈ, ਫਿਰੋਜ਼ਪੁਰ ਦੀ ਸੀਟ ਹੈ, ਗੁਰਦਾਸਪੁਰ ਦੀ, ਇਹ ਸੀਟਾਂ ਅਜਿਹੀਆਂ ਨੇ ਕਿ ਜੇ ਇੱਥੇ ਜਿਹੜਾ ਜੀ ਉਹ ਕਾਂਗਰਸ ਜਿਹੜੀ ਆ ਜੀ ਉਹ ਡੋਲਦੀ ਆ ਤੇ ਨਿਰਸੰਦੇਹ ਇਹਦਾ ਜਿਹੜਾ ਅਸਰ ਹੈ ਸਿੱਧਮ ਸਿੱਧਾ ਉਹ ਪਊਗਾ ਜੀ। ਇੱਥੇ ਧਮਕੀ ਤਾਂ ਮੰਤਰੀਆਂ ਵਗੈਰਾ ਨੂੰ ਦਿੱਤੀ ਗਈ ਹੈ ਨਾ, ਮੰਤਰੀਆਂ ਨੂੰ ਤੁਸੀਂ ਛੱਡ ਦਿਓ, ਬਲਕਿ ਜਿਹੜਾ ਇਹਦਾ ਅਸਰ ਜਿਹੜਾ ਉਹ ਮੁੱਖ ਮੰਤਰੀ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਉਹ ਪਊਗਾ। ਮੁੱਖ ਮੰਤਰੀ ਉਹਨਾਂ ਨੇ ਜਿਹੜੀ ਇਹ ਧਮਕੀ ਦਿੱਤੀ ਆ ਇਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਇਹ ਹਾਈ ਕਮਾਂਡ ਜਿਹੜਾ ਜੀ ਉਹਦੇ ਕਰਕੇ ਮੈਂ ਇਹ ਤੁਹਾਡੇ ਤੱਕ ਅੱਗੇ ਮੈਸੇਜ ਪਹੁੰਚਾ ਰਿਹਾ। ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਇਹ ਗੱਲ ਆਖੀ ਗਈ ਆ ਕਿ ਜੇ ਤੁਹਾਡੇ ਹਲਕੇ ਦੇ ਵਿੱਚੋਂ ਲੋਕ ਸਭਾ ਦਾ ਉਮੀਦਵਾਰ ਕਾਂਗਰਸ ਦਾ ਹਰਿਆ ਤੇ ਸਮਝ ਲਿਓ ਕਿ ਤੁਹਾਡਾ ਮੰਤਰੀ ਦਾ ਅਹੁਦਾ ਜਿਹੜਾ ਜੀ ਉਹ ਚਲੇ ਜਾਊਗਾ। ਵਿਧਾਇਕਾਂ ਨੂੰ ਇਹ ਕਿਹਾ ਗਿਆ ਕਿ ਕਾਂਗਰਸੀ ਵਿਧਾਇਕ ਦੇ ਹਲਕੇ ਦੇ ਵਿੱਚੋਂ ਜੇ ਲੋਕ ਸਭਾ ਦਾ ਕਾਂਗਰਸ ਦਾ ਉਮੀਦਵਾਰ ਹਰਿਆ ਤਾਂ ਉਹਨੂੰ ਇੱਕ ਤਾਂ ਇਹ ਕਿਹਾ ਗਿਆ ਕਿ ਜਿਹੜਾ ਚੇਅਰਮੈਨੀਆਂ ਦਾ ਛਿੜਕਾਇਆ ਜਾਂਦਾ ਕਿ ਉਸ ਮਾਮਲੇ ਦੇ ਉੱਤੇ ਚੇਅਰਮੈਨੀ ਨਹੀਂ ਮਿਲਣੀ ਕਿਸੇ ਨੂੰ। ਦੂਜਾ ਇਹ ਕਿਹਾ ਗਿਆ ਕਿ 2022 ਦੇ ਵਿੱਚ ਅੱਗੋਂ ਵਿਧਾਇਕ ਸੀਟ ਵੀ ਨਹੀਂ ਮਿਲੂਗੀ, ਵਿਧਾਇਕ ਦੀ ਉਮੀਦਵਾਰੀ ਵੀ ਨਾ ਉਹਨੂੰ ਤੇ ਨਾ ਉਹਦੇ ਜਿਹੜਾ ਉਹ ਪਰਿਵਾਰ ਨੂੰ। ਇਹ ਧਮਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਇਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਜਿਹੜੀ ਆ ਜੀ ਦਿੱਤੀ ਆ ਔਰ ਇਹ ਕਿਹਾ ਕਿ ਜੇ ਪਾਰਟੀ ਦੇ ਮੁਤਾਬਕ ਜਿੱਤ ਹਾਸਲ ਨਾ ਹੋਈ ਤਾਂ ਵਜ਼ਾਰਤ ਦੇ ਵਿੱਚੋਂ ਮੰਤਰੀਆਂ ਦੀ ਛਾਂਟੀ ਕਰ ਦਿੱਤੀ ਜਾਊਗੀ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟ ਤੋਂ ਹੱਥ ਧੋਣੇ ਪੈਣਗੇ ਉਹਨਾਂ ਵਿਧਾਇਕਾਂ ਨੂੰ ਜਿਨ੍ਹਾਂ ਨੇ ਜਾਂ ਜਿਹੜੇ ਵਿਧਾਇਕਾਂ ਦੇ ਹਲਕੇ ਦੇ ਵਿੱਚੋਂ ਕਾਂਗਰਸੀ ਉਮੀਦਵਾਰ ਜਿਹੜਾ ਜੀ ਉਹ ਹਾਰਿਆ। ਹੁਣ ਵੇਖਣਾ ਇਹ ਹੋਊਗਾ ਕਿ ਕਾਂਗਰਸ ਦੀਆਂ ਵੱਖ-ਵੱਖ ਸੀਟਾਂ ਦੇ ਉੱਤੇ ਚੱਲ ਰਹੀ ਧੜੇਬੰਦੀ ਤੇ ਬਾਗੀ ਸੁਰਾਂ ਜਿਹੜੀਆਂ ਜੀ ਉਹ ਕਿਸ ਪਾਸੇ ਵੱਲ ਨੂੰ ਇਸ ਸਾਰੀ ਕਹਾਣੀ ਨੂੰ ਲਿਜਾਂਦੀਆਂ ਨੇ। ਜਿਵੇਂ ਇਹ ਗੱਲ ਮੈਂ ਪਰਸੈਪਸ਼ਨ ਦੀ ਕੀਤੀ ਸੀ, ਪਰਸੈਪਸ਼ਨ ਜਿਹੜੀ ਆ ਉਹ ਲੋਕਾਂ ਦੇ ਮਨਾਂ ਦੇ ਅੰਦਰ ਚੱਲਦੀ ਰਹਿੰਦੀ ਆ ਬਹੁਤ ਵਾਰੀ, ਔਰ ਇਹ ਮਹਿਜ਼ ਪਰਸੈਪਸ਼ਨ ਨਹੀਂ ਗੀ ਜੀ, ਇਹ ਰਿਐਲਿਟੀ ਵੀ ਹੈ। ਇਹ ਮਿਲ ਕੇ ਜਿਹੜੀਆਂ ਜੀ ਉਹ ਮਿੱਥ ਕੇ ਜਿਹੜਾ ਉਹ ਲੜੀਆਂ ਜਾਂਦੀਆਂ ਨੇ, ਕੁਝ ਸੀਟਾਂ ਦੇ ਉੱਤੇ ਕਮ ਸੇ ਕਮ ਜਿਹੜੀ ਉਹ ਲੜੀਆਂ ਜਾਂਦੀਆਂ ਨੇ। ਜਿੱਥੋਂ ਤੱਕ ਗੱਲ ਹੈ, ਚਾਹੇ ਉਹ ਆਮ ਲੋਕਾਂ ਦੇ ਵਿੱਚ ਹੱਟੀ ਭੱਠੀ ਜਿਹੜੀ ਸੱਥਾਂ ਦੇ ਉੱਤੇ ਗੱਲ ਜਿਹੜੀ ਉਹ ਚੱਲਦੀ ਆ ਜਿਹਦੇ ਕਰਕੇ ਇਹ ਧਮਕੀ ਜਿਹੜੀ ਆ ਉਹ ਕਾਂਗਰਸ ਨੂੰ ਦੇਣੀ ਪਈ ਆ। ਲੋਕ ਜਿਹੜੇ ਆ ਜੀ ਉਹ ਇਹ ਗੱਲ ਕਰਦੇ ਆ ਕਿ ਅਕਾਲੀ ਦਲ ਨੇ ਪਟਿਆਲੇ ਤੋਂ ਕਮਜ਼ੋਰ ਉਮੀਦਵਾਰ ਦਿੱਤਾ ਸੁਰਜੀਤ ਰੱਖੜਾ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਖਿਲਾਫ ਕਮਜ਼ੋਰ ਕੈਂਡੀਡੇਟ ਜਿਹੜੇ ਜੀ ਉਹ ਦਿੱਤੇ ਜਾਣ। ਇਹਦਾ ਸਮਝੌਤਾ ਜਿਹੜਾ ਜੀ ਕਿਸਮ ਦੇ ਨਾਲ ਕੀਤਾ ਗਿਆ। ਇਹ ਪਰਸੈਪਸ਼ਨ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਬਿਆਨ ਕਿੰਨਾ ਤੋੜ ਸਕੂਗਾ, ਇਹ ਆਪਣੇ ਆਪ ਦੇ ਵਿੱਚ ਅਜੇ ਸਵਾਲ ਹੈ। ਉਹਨਾਂ ਦੇ ਬਿਆਨ ਦਾ ਕਿੰਨਾ ਅਸਰ ਹੋਊਗਾ ਇਹ ਤਾਂ 23 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਉਦੋਂ ਪਤਾ ਲੱਗੂਗਾ। ਪਰ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਮਿਸਿੰਗ ਹੈ ਨਾ ਜੀ ਉਹ ਇਹ ਆ ਕਿ ਇਹਦੇ ਵਿੱਚ ਠੀਕ ਹੈ ਕਿ ਮੰਤਰੀਆਂ ਦੇ ਜਿਹੜੇ ਅਹੁਦੇ ਨੇ ਉਹ ਵਾਪਸ ਲਏ ਜਾ ਸਕਦੇ ਆ, ਵਿਧਾਇਕਾਂ ਨੂੰ ਅੱਗੋਂ ਟਿਕਟਾਂ ਨਹੀਂ ਮਿਲ ਸਕਦੀਆਂ। ਪਰ ਇੱਕ ਅਹਿਮ ਚੀਜ਼ ਇਹਦੇ ਵਿੱਚ ਇਹ ਆ ਕਿ ਜੇ ਇਹ ਪਰਸੈਪਸ਼ਨ ਲੋਕਾਂ ਦੀ ਸੱਚੀ ਹੋਈ, ਇਲੈਕਸ਼ਨ ਜਿਹੜੀਆਂ ਨੇ ਉਹਦੇ ਨਤੀਜੇ ਉਹੋ ਜਿਹੇ ਆਏ ਜਿਹੋ ਜਿਹੇ ਲੋਕ ਸੋਚਦੇ ਆ, ਤੇ ਫਿਰ ਜਿਹੜੇ ਰਹਿੰਦੇ ਪੌਣੇ 3 ਸਾਲ ਹੈ ਉਹਦੇ ਉੱਤੇ ਮੁੱਖ ਮੰਤਰੀ ਕੌਣ ਰਹਿਣਗੇ ਜਾਂ ਮੌਜੂਦਾ ਰਹਿਣਗੇ, ਇਹ ਵੀ ਆਪਣੇ ਆਪ 'ਚ ਇੱਕ ਸਵਾਲ ਹੈ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪੈਰਾਸ਼ੂਟ ਰਾਹੀਂ ਉਤਾਰੇ ਗਏ ਆ ਵਿਧਾਇਕ, ਉਹਨਾਂ ਨੇ ਵਰਕਰਾਂ ਦੇ ਹੱਕ ਖੋਹੇ। ਬਿਲਕੁਲ ਜੀ, ਥਾਂ ਦੇ ਤੋਂ ਇਹ ਪੈਰਾਸ਼ੂਟ ਰਾਹੀਂ ਉਮੀਦਵਾਰ ਜਿਹੜੇ ਆ ਜੀ ਤਕਰੀਬਨ ਸਾਰੀਆਂ ਪਾਰਟੀਆਂ ਦੇ ਜਿਹੜੇ ਉਹ ਉਤਰੇ ਆ। ਜਿਹੜਾ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਸਫਾਈ ਦੇਣੀ ਪੈ ਰਹੀ ਆ ਪਾਰਟੀਆਂ ਨੂੰ, ਕੋਈ ਸਿਆਸੀ ਧਿਰ ਇਸ ਮਾਮਲੇ 'ਚ ਪਿੱਛੇ ਨਹੀਂ ਗਈ। ਅੰਦਰਲੇ ਬਾਹਰਲੇ ਦਾ ਰੌਲਾ ਸਾਰੇ ਜਗ੍ਹਾ ਜਿਹੜਾ ਉਹ ਚੱਲ ਰਿਹਾ। ਅਕਾਲੀ ਦਲ, ਬਾਦਲ, ਕਾਂਗਰਸ ਪਾਰਟੀ, ਭਾਜਪਾ ਪੰਜਾਬ ਦੇ ਸਿਆਸੀ ਹੈਲੀਪੈਡ ਦੇ 55% ਉਮੀਦਵਾਰ ਹਲਕੇ ਤੋਂ ਬਾਹਰਲੇ ਬਣਾਏ ਆ। ਸਿਆਸੀ ਧਿਰਾਂ ਨੇ ਲੋਕਲ ਚੋਣ ਦੀ ਥਾਂ ਜੇਤੂ ਸਮਰੱਥਾ ਵਾਲੇ ਉਮੀਦਵਾਰ ਜਿਹੜੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਆ। ਗੁਰਦਾਸਪੁਰ ਹਲਕੇ ਤੋਂ ਸਨੀ ਦਿਓਲ ਨੂੰ ਉਤਾਰਿਆ, ਕਾਂਗਰਸ ਦਾ ਉਮੀਦਵਾਰ
ਸੁਨੀਲ ਜਾਖੜ ਹੋਰੀ ਵੀ ਹਲਕੇ ਤੋਂ ਬਾਹਰ ਦਾ। ਕਾਂਗਰਸੀ ਕਹਿ ਰਿਹਾ ਸਨੀ ਦਿਓਲ ਨੂੰ ਕਿੱਥੋਂ ਲੱਭੋਗੇ, ਉਹਨਾਂ ਦਾ ਉਮੀਦਵਾਰ ਪੰਜਾਬ ਤਾਂ ਰਹਿੰਦਾ ਹੈ। ਫਿਰੋਜ਼ਪੁਰ ਹਲਕੇ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਸੁਖਬੀਰ ਬਾਦਲ ਵੀ ਬਾਹਰਲਾ ਬਣ ਗਿਆ ਜੀ। ਨਵੇਂ ਕਾਂਗਰਸੀ ਜਿਹੜੇ ਸ਼ੇਰ ਸਿੰਘ ਘਬਾਇਆ ਨੇ ਇਹਨੂੰ ਮੁੱਦਾ ਬਣਾ ਲਿਆ। ਬਠਿੰਡਾ ਹਲਕੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਹਲਕੇ ਤੋਂ ਬਾਹਰਲਾ ਕਿਹਾ ਜੀ। ਰਾਜਾ ਵੜਿੰਗ ਹੋਰਾਂ ਨੂੰ ਸਫਾਈ ਦੇਣੀ ਪੈ ਰਹੀ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਦੁਆਬੇ ਹਲਕੇ ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ। ਬਾਹਰਲੇ ਦਾ ਠੱਪਾ, ਬਾਹਰਲੇ ਦੇ ਸਵਾਲ ਉਹਨਾਂ ਦੇ ਉੱਤੇ ਵੀ ਲੱਗ ਰਹੇ ਆ। ਫਰੀਦਕੋਟ ਤੋਂ ਅਕਾਲੀ ਦਲ ਬਾਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਅੰਮ੍ਰਿਤਸਰ ਤੋਂ ਲਿਆ ਕੇ ਇੱਥੇ ਘਲਿਆਤਾ ਜੀ। ਜਿਹੜੇ ਮੁਹੰਮਦ ਸਦੀਕ ਹੋਰੀ ਨੇ ਕਾਂਗਰਸ ਦੇ, ਉਹ ਵੀ ਬਾਹਰਲੇ ਉਮੀਦਵਾਰ ਨੇ। ਇੱਥੇ ਪ੍ਰੋਫੈਸਰ ਸਾਧੂ ਸਿੰਘ ਹੋਰੀ ਇਹ ਕਹਿੰਦੇ ਆ ਕਿ ਬਾਹਰਲੇ ਉਮੀਦਵਾਰਾਂ ਨੂੰ ਇੱਥੋਂ ਹਲਕੇ ਤੋਂ ਜਿਹੜਾ ਜੀ ਉਹ ਭਜਾਓ। ਸੰਗਰੂਰ ਦੇ ਵਿੱਚ 3 ਪ੍ਰਮੁੱਖ ਉਮੀਦਵਾਰ ਅੰਦਰਲੀ ਆ। ਪਟਿਆਲੇ ਦੇ ਵਿੱਚ 3 ਜਿਹੜੇ ਮੁੱਖ ਉਮੀਦਵਾਰ ਉਹ ਵੀ ਇੱਥੋਂ ਦੇ ਲੋਕਲ ਹੈਗੇ ਆ। ਫਤਿਹਗੜ੍ਹ ਸਾਹਿਬ ਦੇ ਵਿੱਚ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਉੱਤੇ ਬਾਹਰਲੇ ਹੋਣ ਦਾ ਠੱਪਾ ਲੱਗ ਰਿਹਾ। ਅਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਤੇ ਬਾਹਰਲਾ ਹੋਣ ਦਾ ਉਮੀਦਵਾਰ ਦਾ ਠੱਪਾ ਲੱਗ ਰਿਹਾ ਜੀ। ਮਨੀਸ਼ ਤਿਵਾੜੀ ਹੋਰੀ ਇੱਥੋਂ ਖੜੇ ਨੇ ਕਾਂਗਰਸ ਦੇ, ਉਹ ਵੀ ਹਲਕੇ ਤੋਂ ਬਾਹਰਲੇ ਨੇ। ਲੁਧਿਆਣੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਹੋਰੀ ਬਾਹਰਲੇ ਨੇ। ਜਲੰਧਰ ਹਲਕੇ ਦੇ ਵਿੱਚ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਓਠਵਾਲ ਹੋਰੀ ਬਾਹਰਲੇ ਨੇ। ਅੰਮ੍ਰਿਤਸਰ ਹਲਕੇ ਦੇ ਵਿੱਚ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਹੋਰੀ ਬਾਹਰਲੇ ਨੇ, ਦਿੱਲੀੋਂ ਆਏ ਨੇ। ਕਾਂਗਰਸੀ ਉਮੀਦਵਾਰ ਇਸ ਗੱਲ ਨੂੰ ਵਧੇਰੇ ਪ੍ਰਚਾਰ ਰਿਹਾ। ਭਾਜਪਾ ਨੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ, ਜਿਹੜਾ ਕਿ ਹਲਕੇ ਤੋਂ ਬਾਹਰਲਾ। ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ, ਉਹ ਹਲਕੇ ਤੋਂ ਬਾਹਰਲੇ ਨੇ। ਹੰਸਰਾਜ ਹੰਸੂਰੀ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਕਿਤੇ ਦਾਲ ਨਹੀਂ ਗਲੀ, ਭਾਜਪਾ ਨੇ ਉਹਨਾਂ ਨੂੰ ਦਿੱਲੀ ਤੋਂ ਉਮੀਦਵਾਰ ਜਿਹੜਾ ਜੀ ਬਣਾ ਲਿਆ। ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਜਿਹੜੀ ਆ ਜੀ ਉਹ ਵੀ ਬਾਹਰਲੀ ਆ, ਭਾਵ ਕਿ ਬੰਬੇ ਤੋਂ ਆ ਕੇ ਇੱਥੇ ਚੋਣ ਜਿਹੜੀ ਜੀ ਉਹ ਲੜ ਰਹੇ ਆ। ਜਿਹੜੇ ਵਰਕਰ ਨੇ ਪਾਰਟੀਆਂ ਦੇ ਵੱਖ-ਵੱਖ, ਉਹ ਜਿਹੜੀ ਆ ਜੀ ਇਹ ਗੱਲ ਉਹ ਦਬਵੀਂ ਸੁਰ ਦੇ ਵਿੱਚ ਤਾਂ ਕਹਿੰਦੇ ਆ ਨਾ ਕਿ ਉਹ ਕੀ ਦਰੀਆਂ ਝਾੜਨ ਦੇ ਵਾਸਤੇ ਰੱਖੇ ਨੇ ਜੀ, ਕਿ ਜਦੋਂ ਉਮੀਦਵਾਰੀ ਦੀ ਗੱਲ ਆਉਂਦੀ ਆ ਤੇ ਫਿਰ ਇਹਨਾਂ ਲੋਕਾਂ ਨੂੰ ਜਿਹੜਾ ਜੀ ਉਹ ਪਾਸੇ ਕਰ ਦਿੱਤਾ ਜਾਂਦਾ, ਪੈਰਾਸ਼ੂਟ ਦੇ ਰਾਹੀਂ ਕਿਸੇ ਉਮੀਦਵਾਰ ਨੂੰ ਬਾਹਰੋਂ ਲਿਆ ਕੇ ਉਤਾਰ ਦਿੱਤਾ। ਬਿਲਕੁਲ ਜੀ, ਇਹ ਚੀਜ਼ਾਂ ਪਰਿਵਾਰਾਂ ਦੇ ਵਿੱਚ ਹੀ ਤੁਰੀਆਂ ਜਾਂਦੀਆਂ, ਜਿੱਥੋਂ ਮਰਜ਼ੀ ਲਿਆ ਕੇ ਖੜਾਉਣਾ ਪਵੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।